हरि ओम हरि ओम हरि ओम। शीशा साफ करना है। गोमती गोपीनाथ गोपाल नमस्कार है सृष्टि पातो भव जंजाल लिखना गर्भ प्राणनु है प्रभु हुई दयाल पर दे के पूरा करो हे जर के प्रतपाल सिया बलि राम जय जय राम मेरे प्रभु राम जय जय राम। ओम हरि ओम गणाधिपते पंकज नमः थोड़ा सी डालो नीर जी नहीं अच्छी बिठा ला नीर जी नाम गणेश का कार्य आवे आस श्री गणेश जी हरि नमः। ओम ओम नमो भगवते वासुदेवाय वासुदेव विश्वे विश्वराय आदि पुरुषे अपरंपारी अलेख पुरुषादि महालोहा ज्योति सब रूप जिया की जानने हारे हरि जसे मांगन आयो दास प्रभु के द्वार सिया बलि राम जय जय राम मेरे प्रभु राम जय जय राम। मंगल भवन है मंगल हारी दरबोश दशरथ अजर बिहारी सिया बलि राम जय जय राम मेरे प्रभु राम जय जय राम। जय श्रीमंत्री बड़े भगवान की जय लक्ष्मी नारायण की जय अपने अपने माता पिता की जय गुरुजन की जय सनातन धर्म की जय। गर्भ गीता गर्भ गीता किन कहा जाता है जो भी बच्चा गर्भ च होवे जो भी बच्चा गर्भ च होवे औखा होवे मां या टाइम होवे ਉਹਨੂੰ ਇਹ ਗੀਤਾ ਦਾ ਉਪਦੇਸ਼ ਸੁਣਾਇਆ ਜਾਂਦਾ ਹੈ। ਜਦੋਂ ਵੀ ਅਰਜਨ ਨੇ ਸੁਣਾਇਆ ਸੀਗਾ ਆਪਣੇ ਘਰ ਵਾਲੀ ਨੂੰ ਜਦੋਂ ਚੱਕਰ ਪੀਓ ਵਾਸਤੇ ਫਿਰ ਉਹ ਸੌਂ ਗਈ ਸੀ ਠੰਡੀ ਹਵਾ ਚੱਲਦੀ ਸੀ ਕਿਉਂਕਿ ਸੁੱਤੇ ਨੂੰ ਜਗਾਉਣਾ ਪਾਪ ਹੈ। ਫਿਰ ਉਹ ਜਦੋਂ ਚੱਕਰ ਪੂ ਦੇ ਵਾਸਤੇ ਜਦੋਂ ਅੰਦਰ ਜਾਣ ਵਾਸਤੇ ਕਹਾਣੀ ਦਾ ਪੂਰੀ ਸੁਣ ਲਈ ਉਹਨੇ ਜਾਗਦੀ ਜਾਗਦੀ ਨੇ ਫਿਰ ਜਦੋਂ ਠੰਡੀ ਹਵਾ ਚੱਲਦੀ ਕੁਦਰਤੀ ਕੰਨਿਓ ਪਰਮਾਤਮਾ ਦੀ ਕਿਰਪਾ ਹੋ ਗਈ ਫਿਰ ਉਹ ਸੌਂ ਗਈ। ਜਦੋਂ ਬਾਹਰ ਜਾਂਦਾ ਰਸਤਾ ਉਹਨੇ ਦੱਸਣਾ ਸੀ ਫਿਰ ਉਹ ਸੌਂ ਗਈ ਉਹਨੂੰ ਪਤਾ ਲੱਗ ਗਿਆ ਵੀ ਇਹ ਸੌਂ ਗਈ ਭੱਦਰਾ ਵਾਸਤੇ ਨਾ ਸੀ ਉਹਦਾ ਭੱਦਰਾ ਫਿਰ ਉਹ ਚੁੱਪ ਕਰ ਗਿਆ ਸੌਂ ਗਿਆ। ਫਿਰ ਇਸ ਕਰਕੇ ਅਮਨੂ ਨੂੰ ਚੱਕਰਵਿਊਹ ਵਿੱਚੋਂ ਵੜਨਾ ਤਾਂ ਆਉਂਦਾ ਸੀ ਬਾਹਰ ਨਿਕਲਣ ਵਾਪਸ ਨਹੀਂ ਹੁੰਦਾ ਸੀ। ਭਗਵਾਨ ਨੇ ਮਾਇਆ ਰਚੀ ਵੀ ਜਦੋਂ ਜਥਰਥ ਵਰਗਿਆਂ ਨੇ ਸ਼ੁਕਨੀ ਵਰਗਿਆਂ ਨੇ ਚੱਕਰਵਿਊਹ ਕਰਿਆ ਵੀ ਅਰਜਨ ਨੂੰ ਬਾਹਰ ਭੇਜਤਾ ਸੀ ਉਹਨਾਂ ਨੇ ਕ੍ਰਿਸ਼ਨ ਨੇ ਵੀ ਤੂੰ ਉਧਰ ਯੁੱਧ ਕਰਕੇ ਆ ਵੀ ਇੱਧਰ ਤਾਂ ਕੋਈ ਮੈਂ ਸਾਹਮੂਗਾ ਕਿਉਂਕਿ ਉਹਨੂੰ ਮਰਾਉਣਾ ਸੀ ਤੇ ਉਹਨੇ ਪਾਪ ਵਧਾਉਣਾ ਸੀ ਵੀ ਅਮਨੂ ਨੂੰ ਮਰਾ ਕੇ ਉਹਨਾਂ ਦਾ ਪਾਪ ਹੋਰ ਵੱਜ ਗਿਆ ਸੀ ਵੀ ਯੁੱਧ ਇਹ ਨਹੀਂ ਕਰਨਾ ਨਹੀਂ ਫਿਰ ਇਹਦਾ ਮੋਹ ਤੋੜਨਾ ਸੀ ਇਹਦਾ। ਫਿਰ ਜਦੋਂ ਵੀ ਪਤਾ ਵੀ ਅਰਜਨ ਵਗ ਗਿਆ ਖੁਸ਼ ਹੋ ਕੇ ਉਹਨੇ ਚੱਕਰਵਿਊਹ ਰਚਿਆ ਕਿਉਂਕਿ ਚੱਕਰਵਿਊਹ ਰਚ ਕੇ ਫਿਰ ਅਮਨੂ ਨੂੰ ਪਤਾ ਸੀ ਕ੍ਰਿਸ਼ਨ ਨੂੰ ਪਤਾ ਸੀ ਵੀ ਉਹ ਵਰਤਾ ਗਿਆ ਤੇ ਜਦੋਂ ਆਉਂਦਾ ਆਇਆ ਉਹਨੂੰ ਪੁੱਠਾ ਮਾਰਿਆ ਸਾਰੇ ਲੜਕੇ ਮਾਰਤਾ ਸੀ ਚੱਕਰਵਿਊਹ ਜੋ ਵੀ ਇਹ ਜਿਹੜੀ ਗਰਭਗੀਤ ਹੈ ਚੱਕਰਵਿਊਹ ਹੈ ਜਿਹੜਾ ਜੇ ਆਪਾਂ ਉਹਨੂੰ ਬਣਾ ਕੇ ਤਵੀਤ ਬੱਚੇ ਵਾਲੀ ਦੇ ਦਈਏ ਨਾ ਉਹ ਛੇਤੀ ਮੁਕਤੀ ਹੋ ਜਾਂਦੀ ਹੈ ਉਹ ਬੱਚੇ ਛੇਤੀ ਆ ਜਾਂਦਾ ਵਾ ਕਿਉਂਕਿ ਗਰਭਗੀਤ ਹੈ ਚੱਕਰਵਿਊਹ ਹੈ ਇਹ ਤਵੀਤ ਹੈ ਇਹ ਉਹ ਕਹਾਣੀ ਆ। ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਵਚਨ ਹੈ ਕਿ ਜਿਹੜਾ ਪ੍ਰਾਣੀ ਇਸ ਗਰਭਗੀਤਾ ਦਾ ਸਦਭਾਵਨਾ ਨਾਲ ਵਿਚਾਰ ਮੰਨਦਾ ਹੈ ਵੀ ਵਿਚਾਰ ਕਰਦਾ ਹੈ ਮੰਨਦਾ ਹੈ ਉਹ ਪੁਰਸ਼ ਫਿਰ ਗਰਭ ਵਾਸ ਵਿੱਚ ਨਹੀਂ ਆਉਂਦਾ ਕਿਉਂਕਿ ਉਹਦੀ ਮੁਕਤੀ ਹੋ ਜਾਂਦੀ ਹੈ। ਉਹ ਫਿਰ ਭਗਵਾਨ ਦੇ ਚਰਨਾਂ ਵਿੱਚ ਚਲਾ ਜਾਂਦਾ ਹੈ ਉਹ ਆਉਣੀ ਜਾਣੀ ਉਹਦੀ 84 ਕੱਟੀ ਜਾਂਦੀ ਹੈ ਫਿਰ ਉਹ ਗਰਭ ਚੋਂ ਮੁਕਤ ਹੋ ਜਾਂਦਾ। ਅਰਜਨ ਨੇ ਪੁੱਛਿਆ ਹੈ ਕ੍ਰਿਸ਼ਨ ਭਗਵਾਨ ਜਿਹੜਾ ਪ੍ਰਾਣੀ ਗਰਭ ਵਿੱਚ ਵਿਸ਼ੇ ਵਿੱਚ ਆਉਂਦਾ ਹੈ ਕਿਉਂਕਿ ਗਰਭ ਦੇ ਵਿਸ਼ੇ ਵਿੱਚ ਆਉਂਦਾ ਹੈ ਉਹ ਕਿਸ ਤਰ੍ਹਾਂ ਦੋਸ਼ ਕਰਕੇ ਆਉਂਦਾ ਹੈ ਵੀ ਇਹ ਵੀ ਦੱਸੋ ਵੀ ਕਿਉਂਕਿ ਜਿਹੜੀ ਚੀਜ਼ ਆਉਣੀ ਜਾਣੀ ਹੈ ਇੱਕ ਦੋਸ਼ ਕਰਕੇ ਹੀ ਆਉਂਦੀ ਹੈ ਕਿਉਂਕਿ ਜਨਮ ਮਰਨਾ ਟੱਲ ਹੈ ਜਿਹੜਾ ਜਾਂਦਾ ਹੈ ਉਹਨੇ ਆਉਣਾ ਹੈ ਜਿਹੜਾ ਆਉਂਦਾ ਉਹ ਚਲਾ ਜਾਂਦਾ ਇੱਕ ਟੱਲ ਹੀ ਮਿਟਦੀ ਵੀ ਇਹ ਕਿਸ ਕਰਕੇ ਦੋਸ਼ ਕਰਕੇ ਆਉਂਦਾ ਹੈ ਇਹ ਨਿਸ਼ਾਨ ਹੁੰਦੇ ਨੇ ਵੀ ਇਹ ਨਿਸ਼ਾਨ ਪਾਪ ਨਾਲ ਆਇਆ ਕਰਕੇ ਤੇ हे ਪ੍ਰਭੂ ਜੀ ਜਦੋਂ ਇਹ ਪੈਦਾ ਹੁੰਦਾ ਹੈ ਤਾਂ ਉਸ ਨੂੰ ਬੁਢਾਪਾ ਆਦਿ ਰੋਗ ਲੱਗ ਜਾਂਦੇ ਹਨ ਫਿਰ ਇਹਦੀ ਮ੍ਰਿਤੂ ਹੋ ਜਾਂਦੀ ਹੈ ਕਿਉਂਕਿ ਤਿੰਨ ਅਵਸਥਾ ਹੈ ਬਾਲ ਜਵਾਨੀ ਬਿਰਧ ਹੋਣ ਅਵਸਥਾ ਤਿੰਨ ਹੋ ਜਾਂਦੀਆਂ ਕਿਉਂਕਿ ਜਦੋਂ ਜੰਮਦਾ ਹੈ ਉਦੋਂ ਇਹਦਾ ਕੀ ਹੁੰਦਾ ਹੈ ਇਹ ਬਚਪਨ
ਆਪਾਂ ਕਹਿੰਦੇ 5 ਸਾਲ ਦੇ ਇੱਕ ਬਚਪਨ ਹੈ, ਹਾਂ ਫਿਰ 10 ਸਾਲ ਤੋਂ ਬਾਅਦ ਜਵਾਨੀ, ਫਿਰ ਜਦੋਂ 20 ਸਾਲ ਦਾ ਹੋ ਜਾਂਦਾ ਹੈ, 25 ਸਾਲ ਦਾ ਹੁੰਦਾ, ਮੋਹਿਤ ਵਰਗਾ ਹੋ ਜਾਂਦਾ ਹੈ, ਉਹ ਪੂਰਾ ਜਵਾਨ ਚ ਹੈ, ਦਾੜੀ ਫੁੱਟਣ ਲੱਗ ਜਾਂਦੀ ਹੈ, ਅਕਲ ਉਹ ਕਹਿੰਦਾ ਮੈਂ ਸਿਆਣਾ, ਮੇਰੇ ਮਾਪਿਓ ਕਮਲੇ ਨੇ। ਜਦੋਂ ਆਪਾਂ ਕਹਿੰਦੇ ਉਹਨੂੰ ਚੰਗੀ ਮਾੜੀ, ਜਿਵੇਂ ਇੱਕ ਕੀੜਾ ਆਪਾਂ ਕਹਿੰਦੇ ਆ ਵੀ ਆਪਣੀ ਕੰਨੀ ਆਉਂਦਾ ਉਹਨੂੰ ਵਾਪਸ ਕਰ ਦਈਏ, ਉਹ ਫਿਰ ਆਪਣੇ ਕੋਲ ਵਾਪਸ ਮੁੜ ਕੇ ਆਉਂਦਾ। ਬੱਚਾ ਤੇ ਕੀੜਾ ਤੇ ਬਾਂਦਰ, ਇਹ ਹਾਂ ਤੇ ਜਵਾਨੀ ਹੈ, ਜਵਾਨੀ ਵੀ ਇਸ ਤਰ੍ਹਾਂ ਹੈ। ਉਹ ਹਰ ਇੱਕ ਨੂੰ ਵਿਰੁੱਧ ਬਣਾ ਲੈਂਦਾ ਵੀ ਆਪਣੇ ਵਿਰੁੱਧ ਹੋ ਕੇ ਦੂਜਿਆਂ ਨੇ ਮਾੜੀ ਸੰਗਤ ਵਿੱਚ ਫਸ ਕੇ ਤੇ ਮਾੜੀ ਸੰਗਤ ਦੇ ਵਿੱਚ ਫਸ ਜਾਂਦਾ ਹੈ। ਫਿਰ ਉਹ ਜਦੋਂ ਉਹਨੂੰ ਅਕਲ ਆਉਣ ਲੱਗ ਜਾਂਦੀ ਹੈ, ਪੜ੍ਹਦਾ ਲਿਖਦਾ ਹੈ, ਕਾਰੋਬਾਰ ਦੇ ਵਿੱਚ ਵਗ ਜਾਂਦਾ ਹੈ, ਫਿਰ ਮਾਪਿਆਂ ਕਹਿੰਦੇ ਨੇ ਵੱਡਾ ਹੋ ਗਿਆ, ਲਾਂਭੇ ਆਉਣਗੇ, ਫਿਰ ਇਹਦਾ ਆਪਾਂ ਸ਼ਾਦੀ ਕਰ ਦਈਏ। ਸ਼ਾਦੀ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਬੱਚੇ ਹੋ ਜਾਂਦੇ ਨੇ, ਫਿਰ ਇਹ ਜਵਾਨੀ ਤੋਂ ਟੱਪ ਕੇ 40 ਸਾਲ ਹੋ ਜਾਂਦਾ ਨਾ, ਫਿਰ ਵਿਚਾਲੀ ਉਮਰ ਆ ਜਾਂਦੀ ਹੈ, ਬੁਢਾਪਾ ਸ਼ੁਰੂ ਹੋਣ ਲੱਗ ਜਾਂਦਾ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ 30-35 ਸਾਲ ਦੇ ਬਾਅਦ, ਹਾਂ ਹੋ ਜਾਂਦਾ ਅੱਗੇ 60 ਸਾਲ ਦਾ ਹੁੰਦਾ। ਇਸ ਕਰਕੇ ਫਿਰ ਦੂਜੀ ਅਵਸਥਾ ਜਵਾਨੀ, ਜਵਾਨੀ ਜਵਾਨੀ ਦੇ ਵਿੱਚ ਵਿਸ਼ਾ ਵਿਕਾਰਾਂ ਦੇ ਵਿੱਚ, ਤੇ ਫਿਰ ਉਹ ਤੋਂ ਬਾਅਦ ਵਿਆਹ ਸ਼ਾਦੀ ਦੇ ਵਿੱਚ ਕਾਰੋਬਾਰ 'ਚ ਕੰਮ ਹੀ ਬਣ ਜਾਂਦਾ ਹੈ। ਫਿਰ ਜਦੋਂ ਹੌਲੀ ਹੌਲੀ 40 ਸਾਲ ਤੋਂ ਆ ਜਾਂਦਾ ਹੈ, 45 ਸਾਲ ਹੋ ਜਾਂਦਾ ਹੈ, ਧੌਲੇ ਆਉਣ ਲੱਗ ਜਾਂਦੇ ਨੇ। ਆਪਾਂ ਕਹਿੰਦੇ ਇੱਕ ਨਿਸ਼ਾਨੀ ਹੈ, ਜਦੋਂ ਆਪਣੇ ਦੰਦ ਨਿਕਲਣ ਲੱਗ ਜਾਣ, ਅੱਖਾਂ ਤੋਂ ਦੇਖਣ ਨੂੰ ਹਟ ਜੇ, ਗੋਡੇ ਜਵਾਬ ਦੇਣ ਲੱਗ ਜਾਣ, ਫਿਰ ਆਪਾਂ ਕਹਿੰਦੇ ਬੁਢਾਪਾ ਸ਼ੁਰੂ ਹੋ ਗਿਆ। ਫਿਰ ਬੁਢਾਪਾ ਆਉਂਦਾ ਹੈ, ਫਿਰ 60 ਸਾਲ ਦੀ ਉਮਰ ਵਿੱਚ ਹੌਲੀ ਹੌਲੀ ਆਪਾਂ ਮੰਜੇ ਤੇ ਹੋ ਕੇ ਕਮਜ਼ੋਰ ਪੈ ਜਾਂਦੇ। ਫਿਰ ਜਦੋਂ ਆਪਾਂ ਦੇ ਬੱਚੇ ਹੁੰਦੇ ਨੇ, ਦਾਦੇ ਪੜਦਾਦੇ ਦੀ ਗੱਲ ਨਹੀਂ ਸੁਣਦੇ, ਇਹ ਭੌਂਕੀ ਇਹਨਾਂ ਨੂੰ ਕੀ ਪਤਾ। ਜੇ ਮੈਂ ਕਹਿ ਦੇਣਾ ਵੰਸ਼ੂ ਮੈਨੂੰ ਪਾਣੀ ਦੇ ਦੇ, ਨਾ ਮੈਂ ਚੀਜ਼ੀ ਲਿਆਉਂਗੀ, 10 ਰੁਪਏ ਲਊਂਗੀ, ਫਿਰ ਲਾਲਚ ਨਾਲ ਉਹਨੂੰ ਪੈਸੇ ਪਾਣੀ ਦਿੱਤਾ ਜਾਂਦਾ। ਨਹੀਂ ਫਿਰ ਕਹਿੰਦੇ ਨੇ ਵੀ ਬੁੜਾ ਤਾਂ ਮਰਦਾ ਹੀ ਨਹੀਂ ਹੈ, ਫਿਰ ਘਰੇ ਗੱਲਾਂ ਹੁੰਦੀਆਂ ਨੇ, ਜੀ ਗੱਲਾਂ ਕਰਦੇ ਨੇ ਠੀਕ ਹੈ ਵੀ ਕੀ ਗੱਲ ਬੁੜਾ ਮਰਦਾ ਹੀ ਨਹੀਂ। ਐਂ ਦੇਖਦੇ ਨੇ ਪਹਿਲਾਂ ਜੰਮਿਆ, ਫਿਰ ਪਾਲਿਆ, ਫਿਰ ਵਿਆਹ ਦਿਖਾਇਆ, ਤੇ ਫਿਰ ਉਹਨੂੰ ਅਸੀਂ ਕੰਮ ਕਾਰ ਕਰਾਇਆ, ਫਿਰ ਜਦੋਂ ਬੁਢਾਪੇ ਚ ਆ ਗਿਆ ਇੱਕ ਬਲਦ ਵਾਂਗੂ ਉਹ ਦਾਗ ਦੇ ਦਿੰਦੇ ਨੇ, ਦਾਲ ਦੇ ਦਿੰਦੇ, ਤੇ ਇਹਨਾਂ ਨੂੰ ਅੱਜ ਕੱਲ੍ਹ ਬੁੜਿਆਂ ਨੂੰ ਆਸ਼ਰਮ ਵਿੱਚ ਛੱਡਿਆ ਹੁੰਦੇ ਨੇ। ਹਾਂ ਫਿਰ ਇਹ ਕਹਿੰਦੇ ਨੇ ਕਪਲ ਦੇਵ ਜੀ ਮੁਨੀ ਹੈ, ਵਿਸ਼ਨੂੰ ਦਾ ਅਵਤਾਰ। ਫਿਰ ਉਹਦੇ ਵਿੱਚ ਕਹਾਣੀ ਦੇ ਵਿੱਚ ਆਉਂਦਾ ਹੈ, ਗੱਲ ਦੇ ਪੁਰਾਣ ਦੇ ਵਿੱਚ ਜਦੋਂ ਆਪਾਂ ਸੁਣਾਉਂਦੇ ਹਾਂ, ਭੋਗ ਪਾਉਂਦੇ ਹਾਂ ਵੀ ਚਾਹੇ ਸਿੰਘ ਝੜੇ ਖੁਰ ਝੜੇ ਤੇ ਬੁੱਢੇ ਨੂੰ ਖੇਤ ਵਿੱਚ ਛੱਡੇ ਹੁੰਦੇ ਨੇ, ਜਾਂ ਉਹਨੂੰ ਆਸ਼ਰਮ ਵਿੱਚ ਛੱਡੇ ਹੁੰਦੇ ਨੇ ਵੀ ਸੱਤ ਰੋਟੀ ਨਹੀਂ ਦਿੱਤੀ ਜਾਂਦੀ। ਤੇ ਜਿਹੜੇ ਬੱਚੇ ਨੇ, ਬੱਚੇ ਵੀ ਦੇਖਦੇ ਨੇ ਵੀ ਮੇਰਾ ਮਾਤਾ ਪਿਤਾ ਕੀ ਕਰੀ ਜਾਂਦਾ। ਫਿਰ ਉਹ ਜਦੋਂ ਛੱਡੇ ਹੁੰਦੇ ਨੇ, ਫਿਰ ਉਹ ਬੁੜੇ ਹੋ ਜਾਂਦੇ ਉਹਦੇ ਮਾਂ ਪਿਓ, ਫਿਰ ਉਹ ਆਪਣੇ ਪੁੱਤ ਨੂੰ ਕਹਿੰਦੇ, ਬੱਚੇ ਨੂੰ ਕਹਿੰਦੇ ਸਾਨੂੰ ਪਾਣੀ, ਫਿਰ ਉਹ ਦੇਖਦੇ ਨੇ ਵੀ ਤੂੰ ਮੇਰੇ ਦਾਦਾ ਦਾਦੀ ਨੂੰ ਪਾਣੀ ਦਿੱਤਾ ਸੀ, ਮੈਂ ਕਿਉਂ ਦੇਵਾਂ, ਤੂੰ ਬੁੱਢਾ ਹੋ ਗਿਆ, ਮੈਂ ਜਵਾਨ ਹੈ, ਮੈਂ ਵੀ ਤੈਨੂੰ ਆਸ਼ਰਮ ਛੱਡ ਕੇ ਆਊਂਗਾ, ਮੈਂ ਕਿਉਂ ਪਾਣੀ ਦੇਵਾਂ, ਵੀ ਜਿਵੇਂ ਕਰਨੀ ਉਵੇਂ ਭਰਨੀ। ਵੀ ਇਹ ਮਨੁੱਖ ਆਉਂਦਾ ਹੈ ਬਾਲ ਜਵਾਨੀ ਤੇ ਬਿਰਧ ਹੋਣ ਦੇ ਵਿੱਚ ਆ ਕੇ 3 ਅਵਸਥਾ ਦੇ ਵਿੱਚ ਫਿਰ ਉਹਦੀ ਮੌਤ ਹੋ ਜਾਂਦੀ ਹੈ। ਜਦੋਂ ਬੱਚਾ ਪੇਟ 'ਚ ਹੁੰਦਾ ਉਦੋਂ ਨਰਕ 'ਚ ਹੁੰਦਾ, ਉਹਦੀ ਉੱਤਮ ਬੁੱਧ ਹੁੰਦੀ ਹੈ, ਉਹ ਭਗਵਾਨਾਂ ਦੀ ਗੱਲਾਂ ਹੁੰਦੀਆਂ ਨੇ ਵੀ ਮੈਨੂੰ ਇਸ ਨੇਰ ਕੋਠੇ ਦੇ ਵਿੱਚੋਂ ਕਦੋਂ ਬਾਹਰ ਕੱਢੇਗਾ, ਕੁੰਭੀ ਨਰਕ ਦੇ ਵਿੱਚੋਂ। ਫਿਰ ਭਗਵਾਨ ਕਹਿੰਦਾ ਜਦੋਂ ਤੇਰਾ ਟਾਈਮ ਆ ਗਿਆ ਮੈਂ ਕੱਢੂ, ਮੈਂ ਮਨਜ਼ੂਰ ਹੈ, ਮੈਂ ਤੈਨੂੰ ਕੱਢ ਨਹੀਂ ਸਕਦਾ, ਕਿਉਂਕਿ ਹਰ ਇੱਕ ਚੀਜ਼ ਦੀ ਉੱਲ ਹੈ ਤੇ ਹਰ ਇੱਕ ਚੀਜ਼ ਦਾ ਟਾਈਮ ਹੈ, ਟਾਈਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਫਿਰ ਜਦੋਂ ਟਾਈਮ ਹੁੰਦਾ ਫਿਰ ਉਹ ਪੁੱਠਾ ਲੰਘ ਕੇ ਆਉਂਦਾ, ਸਿਰ ਥੱਲੇ ਲੱਤਾਂ ਉੱਪਰ। ਫਿਰ ਉਹ ਜਦੋਂ ਆਉਂਦਾ ਫਿਰ ਉਹ ਰੋਂਦਾ, ਜਦੋਂ ਨਹੀਂ ਰੋਂਦਾ ਪਿਛਲੇ ਤੋਂ ਦਾਈਆਂ ਹੁੰਦੀਆਂ, ਜਦੋਂ ਬਾਹਰ ਆਉਂਦਾ ਉਹਨੂੰ ਫੜ ਕੇ ਲੱਤਾਂ ਤੋਂ ਮੁੱਕੀਆਂ ਮਾਰਦੀਆਂ, ਜੇ ਨਹੀਂ ਰੋਂਦਾ ਲੱਗਦਾ ਵੀ ਇਹ ਬੱਚਾ ਮਰਿਆ ਕਿ ਜਿਉਂਦਾ। ਮੇਰੀ ਨਾਨੀ ਹੁੰਦੀ ਦਾਈ ਸੀ, ਫਿਰ ਉਹ ਜਦੋਂ ਉਹਨੂੰ ਮਾਰਦੀਆਂ ਫਿਰ ਉਹ ਰੋਂਦਾ ਵੀ ਜਿਉਂਦਾ ਠੀਕ ਹੈ, ਫਿਰ ਸਾਹ ਮਿਲਦੇ, ਫਿਰ ਉਹਨੂੰ ਨਵਾਉਂਦੇ, ਔਲ ਹੁੰਦੀ ਉਹਨੂੰ ਸਾਰੇ ਕੱਪੜੇ ਪਾਉਂਦੇ, ਫਿਰ ਉਹ ਜਦੋਂ ਰੋਂਦਾ ਹੈ ਨਾ ਉਹ ਸਾਰਾ ਪਿਛਲਾ ਗਿਆਨ ਭੁੱਲ ਜਾਂਦਾ ਪਰਮਾਤਮਾ ਦੁਨੀਆ 'ਚ ਆ ਜਾਂਦਾ। ਫਿਰ ਉਹਨੂੰ ਹਵਾ ਲੱਗ ਜਾਂਦੀ ਹੈ, ਸੰਸਾਰੀ ਦੁਨੀਆ ਘੇਰ ਲੈਂਦੀ ਹੈ, ਪਰਮਾਤਮਾ ਦੀ ਮਾਇਆ। ਪਹਿਲਾਂ ਤਾਂ ਯਾਦ ਕਰਾਉਂਦਾ, ਗੱਲਾਂ ਕਰਦਾ, ਫਿਰ ਉਹ ਭੁਲਾ ਦਿੰਦਾ ਵੀ ਜੇ ਨਾ ਭੁਲਾਈਏ ਫਿਰ ਤਾਂ ਇੱਕ ਦੂਜਾ ਭਗਵਾਨ ਨੂੰ ਕੋਣ ਪੁੱਛੇ, ਮੈਂ ਹੀ ਭਗਵਾਨ ਹੈ, ਉੱਤੋਂ ਬੁੱਧ ਹੋ ਜਾਂਦੀ ਹੈ, ਮੈਂ ਕੁਝ ਵੀ ਕਰ ਸਕਦਾ। ਇਸ ਕਰਕੇ ਉਹ ਬੁੱਧ ਭੁਲਾ ਕੇ ਫਿਰ ਉਹ 3 ਅਵਸਥਾ ਦੇ ਵਿੱਚ ਪੈਦਾ ਕਰ ਦਿੰਦਾ ਹੈ, ਜਿਵੇਂ ਵੀ ਚਲੇ ਚਲੋ। ਫਿਰ ਜਦੋਂ ਅੰਤ ਆਉਂਦਾ ਫਿਰ ਉਹਨੂੰ ਲੈ ਜਾਂਦਾ ਹੈ। ਭਗਵਾਨ ਕਹਿੰਦਾ ਮੈਂ ਤਾਂ 24 ਅਵਤਾਰ ਧਾਰ ਕੇ ਆਇਆ, ਪਰ ਤੂੰ ਮੈਨੂੰ ਭੁੱਲ ਗਿਆ ਸੀ। ਗ੍ਰਸਤੀ ਮੰਗਰ ਲਾ ਕੇ, ਮਾਤਾ ਪਿਤਾ ਦੇ ਮੰਗਰ ਲਾ ਕੇ, ਆਪਦੇ ਪਰਿਵਾਰ ਮੰਗਰ ਲਾ ਕੇ, ਮਾੜਾ ਸੰਗਤਾਂ ਦੇ ਵਿੱਚ ਲਾ ਕੇ, ਜਨਾਨੀ ਦੇ ਮੰਗਰ ਲਾ ਕੇ, ਤੇ ਤੂੰ ਮੋਹ ਜਾਲ ਨੇ ਘੇਰ ਰੱਖਿਆ ਸੀ ਕੰਮ ਦੇ ਵਿੱਚ। ਮੈਂ ਤੈਨੂੰ ਫਿਰ ਵੀ ਆਉਂਦਾ ਰਿਹਾ, ਮੈਂ 24 ਅਵਤਾਰ ਧਾਰੇ, ਮੇਰਾ ਕੋਈ ਕਸੂਰ ਨਹੀਂ, ਤੇਰਾ ਕਸੂਰ ਹੈ। ਮੈਂ ਤਾਂ ਕੀੜੀ ਵਿੱਚ ਵੀ ਹਾਂ, ਕੀੜੀ ਨਾ ਵਾਂਝੇ ਰਾਮਾ ਪ੍ਰਹਿਲਾਦ ਡੋਲ ਜਾਂਦਾ, ਹਰ ਇੱਕ ਚੀਜ਼ 'ਚ ਪਰਮਾਤਮਾ ਹੈ।
ਹਰਨਾਕਸ਼ ਮਾਰਿਆ ਸੀ ਨਰਸਿੰਘ ਦਾ ਰੂਪ ਧਾਰ ਕੇ ਖੰਭੇ ਵਿੱਚੋਂ, ਕਹਿੰਦਾ ਸੀ ਦਿਖਾ ਤੇਰਾ ਭਗਵਾਨ ਕਿੱਥੇ ਹੈ। ਉਹਨੇ ਖੰਭੇ ਦੇ ਵਿੱਚ ਆ ਗਿਆ ਸੀਗਾ ਨਰਸਿੰਘ ਦਾ ਰੂਪ ਧਾਰ ਕੇ। ਭਗਵਾਨ ਨੇ ਇਹ ਰੂਪ ਧਾਰੇ ਨੇ ਗੰਦ ਵਿੱਚੋਂ ਵੀ ਪ੍ਰਥਵੀ ਚੱਕ ਲਿਆ ਸੀ। ਬਰਾ ਸ਼ੁਕਰ ਕਿਹਨੂੰ ਕਹਿੰਦਾ? ਸੂਰ ਨੂੰ ਗੰਦ ਵਿੱਚੋਂ ਮੂੰਹ ਮਾਰ ਕੇ ਚੱਕ ਲਿਆ ਸੀ। ਇਸ ਕਰਕੇ ਫਿਰ ਉਹਦੀ ਮੌਤ ਹੋ ਜਾਂਦੀ ਹੈ। ਹੇ ਸੁਆਮੀ, ਉਹ ਕਿਹੜਾ ਕਰਮ ਹੈ ਜਿਸ ਦੇ ਕਰਨ ਨਾਲ ਪ੍ਰਾਣੀ ਦਾ ਜਨਮ ਮਰਨ ਤੋਂ ਰਹਿਤ ਹੈ? ਵੀ ਉਹ ਵੀ ਕਰਮ ਦੱਸੋ ਵੀ ਜਿਹੜਾ ਜਨਮ ਮਰਨ ਤੋਂ ਰਹਿਤ ਹੋ ਜਾਵੇ, ਉਹਦੀ ਮੁਕਤੀ ਹੋ ਜਾਵੇ। ਸ਼੍ਰੀ ਭਗਵਾਨ ਜੀ ਬੋਲੇ, ਹੇ ਅਰਜਨ, ਇਹ ਜਿਹੜਾ ਮਨੁੱਖ ਹੈ ਸੋ ਅੰਨਾ ਤੇ ਮੂਰਖ ਹੈ। ਜਿਹੜਾ ਅੰਨਾ ਮੂਰਖ, ਕਿਉਂਕਿ ਇਹਨੂੰ ਸਾਰਾ ਕੁਝ ਪਤਾ ਹੈ ਫਿਰ ਵੀ ਅੰਨਾ ਹੈ। ਹਾਂ, ਤੇ ਇਹ ਪਦਾਰਥ ਮੈਂ ਪਾਇਆ ਹੈ ਕਿਉਂਕਿ ਫਿਰ ਜਿਹੜਾ ਇਹ ਜਗਤ ਦੇ ਨਾਲ ਪ੍ਰੇਮ ਕਰਦਾ ਹੈ, ਸ੍ਰਿਸ਼ਟੀ ਦੇ ਭਗਵਾਨ ਨੇ ਜਿਹੜੀ ਫਿਰ ਆਪਣੇ ਰਿਸ਼ਤੇਦਾਰਾਂ ਨਾਲ, ਮਾਂ ਪਿਓ ਨਾਲ, ਭੈਣ ਭਾਈ ਨਾਲ, ਬੱਚਿਆਂ ਨਾਲ ਪ੍ਰੇਮ ਕਰਦਾ ਹੈ ਤੇ ਉਸ ਨੂੰ ਇਹ ਹੀ ਚਿੰਤਾ ਰਹਿੰਦੀ ਹੈ ਕਿ ਮੈਂ ਇਸ ਪਦਾਰਥ ਨੂੰ ਪਾਇਆ ਹੈ ਕਿਉਂਕਿ ਇਹ ਉੱਤਮ ਹੈ, ਇਹ ਮਿਲਣਾ ਬਾਰੋ ਵਾਰ। ਗ੍ਰੰਥ ਵੀ ਕਹਿੰਦਾ ਹੈ, ਮਹਾਰਾਜ ਵੀ ਕਹਿੰਦੇ ਨੇ, ਜਿਹੜਾ ਮਨੁੱਖ ਦੀ ਜੁਨੀ ਹੈ ਇੱਕ ਵਾਰ ਮਿਲਦੀ ਹੈ, ਬਾਰੋ ਵਾਰ ਨਹੀਂ ਮਿਲਦੀ। ਤੇ ਇਹ ਇੱਕ ਪਦਾਰਥ ਹੈ, ਇਹ ਅੰਮ੍ਰਿਤ ਹੈ, ਕਟੋਰਾ ਹੈ, ਇਹ ਵਿੱਚ ਆਪਣੇ ਅੰਮ੍ਰਿਤ ਭਰਿਆ ਹੋ ਜਾਵੇ। ਇੱਕ ਪਾਣੀ ਹੈ, ਇਹ ਪਾਣੀ ਦਾ ਕਟੋਰਾ ਆਪਣਾ ਅੰਮ੍ਰਿਤ ਹੈ। ਇਹ ਜੇ ਆਪਾਂ ਡੋਲਾਂਗੇ ਮੂਰਖ ਹੈ, ਬਿਨਾਂ ਕੰਮ ਤੋਂ ਪਾਣੀ ਡੋਲੀ ਜਾਵਾਂਗੇ ਮੂਰਖ ਹੈ। ਹਾਲਾਂਕਿ ਉਹ ਮੂਰਖ ਪਾਣੀ ਡੋਲੀ ਜਾਂਦਾ। ਜੇ ਪੀ ਲਾਂਗੇ ਆਪਾਂ ਕੋਈ ਵਰਤਾਂਗੇ, ਆਪਾਂ ਨੂੰ ਅੰਦਰ ਠੰਡ ਮਿਲੂ, ਆਪਾਂ ਕਹਾਂਗੇ ਇਹਨੂੰ ਯੂਜ਼ ਕਰ ਲਓ, ਕਿਉਂ ਡੋਲ ਰਹੇ ਹੋ? ਇੱਕ ਜਿਹੜੀ ਹੈ ਜਵਾਨੀ, ਇੱਕ ਕਟੋਰਾ ਹੈ, ਇੱਕ ਅੰਮ੍ਰਿਤ ਦਾ ਭੇਜਿਆ ਪਰਮਾਤਮਾ ਨੇ ਵੀ ਜੇ ਪੀ ਲੇਗਾ ਤਾਂ ਅਮਰ ਹੋ ਜਾਏਗਾ, ਸਿਆਣਾ ਹੈਗਾ, ਤੇ ਨਹੀਂ ਤਾਂ ਮੂਰਖ ਹੈ ਜੇ ਡੋਲ ਦੇਗਾ। ਇਹ ਜਵਾਨੀ ਇੱਕ ਮੁੜ ਕੇ ਨਹੀਂ ਆਉਂਦੀ, ਜਾਂ ਇਹ ਸਰੀਰ ਹੈ ਜਿਹੜਾ ਪਰਮਾਤਮਾ ਦਾ ਮੁੜ ਕੇ ਨਹੀਂ ਆਉਂਦਾ। ਜਿਹੜਾ ਤਾਂ ਇਹ ਪਦਾਰਥ ਹੈ, ਇਹ ਪਦਾਰਥ ਹੈ ਤੇ ਮੈਂ ਹੀ ਪਾਵਾਂਗਾ। ਤੇ ਇਹੋ ਜਿਹੀ ਚਿੰਤਾ ਵਿੱਚ ਪ੍ਰਾਣੀ ਦੇ ਮਨ ਤੇ ਉਤਰਦੀ ਨਹੀਂ। ਜੋ ਸਾਰਾ ਪਤਾ ਹੁੰਦਾ ਫਿਰ ਭਗਵਾਨ ਦੀ ਮਾਇਆ ਉਲਟਾ ਕਰ ਦਿੰਦਾ। ਅੱਠੇ ਪਹਿਰ ਮਾਇਆ ਹੀ ਮੰਗਦਾ ਹੈ, 24 ਘੰਟੇ ਵੀ ਮੈਨੂੰ ਮਾਇਆ ਆਈ ਜਾਵੇ, ਹਾਏ ਮੈਨੂੰ ਪੈਸਾ, ਹਾਏ ਮੈਨੂੰ ਪੈਸਾ। ਹਾਂ, ਇਹਨਾਂ ਗੱਲਾਂ ਕਰਕੇ ਬਾਰ-ਬਾਰ ਜਨਮ ਲੈਂਦਾ ਤੇ ਮਰਦਾ। ਕਿਉਂ 84 ਜੋਨੇ ਭੋਗਦਾ ਰਹਿੰਦਾ, ਬੇਲ ਬਣ ਜਾਂਦਾ, ਪੱਥਰ ਬਣ ਜਾਂਦਾ, ਮੂਰਤੀਆਂ ਬਣ ਜਾਂਦਾ, ਪ੍ਰਾਣੀ, ਇਨਸਾਨ ਤੇ ਪਸ਼ੂ, ਪੰਛੀ, ਕੀੜੀਆਂ, ਜਾਨਵਰ, ਇਹ ਸਾਰੇ ਬਣ ਜਾਂਦਾ। ਫਿਰ ਉਹ ਗਰਭ ਵਿੱਚ ਵੀ ਦੁੱਖ ਪਾਉਂਦਾ ਰਹਿੰਦਾ ਕਿਉਂਕਿ ਮਰ ਗਿਆ ਤੇ ਜਨਮ ਦਾ। ਅਰਜਨ ਬੋਲਿਆ ਹੈ, ਸ਼੍ਰੀ ਕ੍ਰਿਸ਼ਨ ਭਗਵਾਨ, ਇਹ ਮਨ ਮਸਤ ਹਾਥੀ ਦੀ ਤਰ੍ਹਾਂ ਹੈ। ਕਿਉਂਕਿ ਇਹ ਮਨ ਹੈ, ਇਹ ਚੰਚਲ ਹੈ, ਟਿਕਦਾ ਨਹੀਂ। ਇੱਕ ਮਸਤ, ਜਦੋਂ ਹਾਥੀ ਮਸਤ ਹੋ ਜਾਂਦਾ ਨਾ, ਫਿਰ ਉਹ ਕਿਸੇ ਨੂੰ ਨਹੀਂ ਦੇਖਦਾ, ਉਹ ਆਪ ਤਾਂ ਚਾਹੇ ਬਗਾਨਾ ਹੈ ਤੇ ਉਹਨੇ ਸਿੱਧੀ ਟੱਕਰ ਮਾਰਨੀ ਹੈ ਕੋਈ ਵੀ। ਤੇ ਜਿਹੜੀ ਤ੍ਰਿਸ਼ਨਾ, ਇਸ ਦੀ ਸ਼ਕਤੀ ਹੈ, ਤ੍ਰਿਸ਼ਨਾ ਸ਼ਕਤੀ ਹੈ। ਇਹ ਤ੍ਰਿਸ਼ਨਾ ਨਹੀਂ ਮਿਟਦੀ। ਇਹ ਮਨ ਤਾਂ ਪੰਜਾਂ ਦੇ ਵਿੱਚ ਹੈ। ਪੰਜ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਪੰਜਾਂ ਦਾ ਇਹ ਬਣਿਆ ਹੋਇਆ ਮਜ਼ਬੂਤ ਜੜ ਬਣੀ ਹੋਈ ਹੈ। ਤੇ ਇਹਨਾਂ ਪੰਜਾਂ ਦੇ ਵਿੱਚੋਂ ਹੰਕਾਰ ਬਹੁਤ ਬਲਵਾਨ ਹੈ, ਬੰਦੇ ਨੂੰ ਮਾਰ ਦਿੰਦਾ। ਜਿਹੜਾ ਬੰਦਾ ਹੰਕਾਰ ਕਰਦਾ ਉਹ ਤੇ ਉਹ ਜਿਹੜਾ ਯਤਨ ਤੇ ਜਿਸ ਦੇ ਨਾਲ ਇਹ ਮਨ ਵਿੱਚ ਹੋ ਜਾਵੇ, ਜਿਸ ਇਹ ਵਿੱਚ ਮਨ ਹੈ ਉਹ ਵਸ ਵਿੱਚ ਹੋਵੇ। ਮਨ ਨੂੰ ਵਸ ਵਿੱਚ ਕਰਨਾ ਚਾਹੀਦਾ ਹੈ, ਹੰਕਾਰ ਨਹੀਂ ਕਰਨਾ ਚਾਹੀਦਾ। ਸ਼੍ਰੀ ਭਗਵਾਨ ਬੋਲੇ, ਹੇ ਅਰਜਨ, ਇਹ ਮਨ ਵਿੱਚ ਨਿਸ਼ਚੈ ਹੀ ਹਾਥੀ ਦੀ ਤਰ੍ਹਾਂ ਮਸਤ ਹੈ। ਤ੍ਰਿਸ਼ਨਾ ਇਸ ਦੀ ਸ਼ਕਤੀ ਹੈ, ਮਨ ਪੰਚਾਂ ਦੇ ਵਿੱਚ ਵਿਸ ਹੈ, ਹੰਕਾਰ ਜਿਨ੍ਹਾਂ ਵਿੱਚ ਸਭ ਤੋਂ ਬਲੀ ਹੈ। ਇਹ ਅਰਜਨ, ਹਾਥੀ ਜਿਵੇਂ ਅੰਕੁਸ਼, ਅੰਕੁਸ਼ ਕਿਹਨੂੰ ਕਿਹਾ ਗਿਆ ਹੈ? ਜਿਹੜਾ ਮੈਨੇ ਕੁੰਡੇ, ਇੱਕ ਸਹਾਰਾ ਲੈਣਾ, ਕੰਟਰੋਲ ਕਰਨਾ ਤੇ ਉਹਦੇ ਵਸ ਵਿੱਚ ਹੁੰਦਾ ਹੈ। ਇਸ ਤਰ੍ਹਾਂ ਹੀ ਮਨ ਰੂਪੀ ਹਾਥੀ ਨੂੰ ਵਸ ਵਿੱਚ ਕਰਨ ਲਈ ਗਿਆਨ ਰੂਪੀ ਦਾ ਇੱਕ ਕੁੰਡਾ ਹੈ। ਉਹਨੂੰ ਗਿਆਨ ਪ੍ਰਾਪਤ ਕੁੰਡੇ ਵਿੱਚ ਆਪਾਂ ਅੰਮ੍ਰਿਤ ਪਾਉਣਾ ਚਾਹੀਦਾ ਹੈ, ਦੇਖਣਾ ਚਾਹੀਦਾ ਵੀ ਮੇਰੀ ਕਿੰਨੀ ਸ਼ਕਤੀ ਹੈ, ਮੈਂ ਕਿੰਨਾ ਕੁ ਗਿਆਨ ਹੈ ਮੈਨੂੰ। ਹੰਕਾਰ ਕਰਨ ਦੇ ਨਾਲ ਜੀਵ ਨਰਕ ਵਿੱਚ ਪੈ ਜਾਂਦਾ ਹੈ। ਤੇ ਅਰਜੁਨ ਬੋਲਿਆ, ਹੇ ਭਗਵਾਨ, ਜਿਹੜੇ ਇੱਕ ਤੁਹਾਡੇ ਨਾਂ ਦੇ ਲਈ ਜੰਗਲਾਂ ਵਿੱਚ ਫਿਰਦੇ ਹਨ, ਇੱਕ ਜੰਗਲਾਂ ਵਿੱਚ ਫਿਰਦੇ ਨੇ, ਤੇ ਜਿਹੜੇ ਵਿਰਾਗੀ ਹੁੰਦੇ ਹਨ, ਜਿਹੜੇ ਬਰਾਗੀ ਨੇ ਉਹ ਜੰਗਲਾਂ ਵਿੱਚ ਫਿਰਦੇ ਨੇ, ਜਿਹਨੂੰ ਬਰਾਗ ਹੁੰਦਾ, ਭਗਵਾਨ ਦਾ ਬਰਾਗ ਜੰਗਲਾਂ ਵਿੱਚ, ਮੈਂ ਭਗਵਾਨ ਨੂੰ ਪਾਉਣਾ। ਇੱਕ ਹੁੰਦੇ ਨੇ ਧਰਮ ਕਰਦੇ ਹਨ, ਧਰਮੀ ਹੁੰਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਜਾਣੀਏ ਵੀ ਆਪਾਂ ਕਿਸ ਤਰ੍ਹਾਂ ਜਾਣੀਏ ਵੀ ਧਰਮ ਕਿਵੇਂ ਕਰੀਏ। ਜਿਹੜੇ ਵੈਸ਼ਨੂੰ ਹਨ ਉਹ ਕੌਣ? ਸ਼੍ਰੀ ਭਗਵਾਨ ਬੋਲੇ, ਹੇ ਅਰਜਨ, ਇੱਕ ਮੇਰੇ ਹੀ ਨਾਂ ਦੇ ਲਈ ਜੰਗਲਾਂ ਵਿੱਚ ਫਿਰਦੇ ਹਨ।
ਭਗਵਾਨ ਦਾ ਸਿਮਰਨ ਕਰਨ ਵਾਸਤੇ, ਤਪ ਕਰਨ ਦੇ ਵਾਸਤੇ, ਜਪ ਕਰਨ ਦੇ ਵਾਸਤੇ। ਤੇ ਇੱਕ ਸੰਨਿਆਸੀ ਕਹਾਉਂਦੇ ਹਨ, ਸੰਨਿਆਸ ਲੈ ਲੈਂਦੇ ਨੇ ਪਰਿਵਾਰ ਤੋਂ, ਆਪਦੇ ਸਰੀਰ ਤੋਂ, ਬੱਚਿਆਂ ਤੋਂ, ਕਾਰੋਬਾਰ ਤੋਂ। ਇੱਕ ਸਿਰ ਤੇ ਜਟਾ ਬੰਨ੍ਹਦੇ ਹਨ, ਇੱਕ ਅੰਗ ਦੇ ਭਸਮ ਲਾਉਂਦੇ ਤੇ ਉਹਨਾਂ ਵਿੱਚੋਂ ਮੈਂ ਨਹੀਂ, ਕਿਉਂਕਿ ਉਹ ਢੋਂਗੀ ਨੇ ਜਿਹੜੇ ਬਿਨਾਂ ਕੰਮ ਤੋਂ ਭਸਮ ਮਾਲ ਤੇ ਲੈਂਦੇ ਨੇ। ਗਿਆਨ ਹੁੰਦਾ ਨਹੀਂ ਵੀ ਮੈਂ ਲੋਕਾਂ ਨੂੰ ਠੱਗੂੰਗਾ, ਲੋਕ ਮੇਰੇ ਪੈਰੀ ਪੈਣਗੇ, ਮੈਨੂੰ ਲਾਲਚ ਹੋਊ, ਮੈਂ ਪੈਸੇ ਇਕੱਠੇ ਕਰੂੰਗਾ, ਮੈਂ ਠੱਗ ਕੇ ਲੋਕਾਂ ਨੂੰ ਗਲਤ ਸਿੱਖਿਆ ਦੇਊਂਗਾ ਤੇ ਸਮਾਂ ਮਲ ਕੇ ਬਹਿ ਜਾਂਦੇ ਜਟਾ ਬਣਾਉਂਦੇ ਨੇ। ਤੇ ਉਹਨਾਂ ਵਿੱਚ ਮੈਂ ਨਹੀਂ, ਪਰਮਾਤਮਾ ਉਹਨਾਂ ਵਿੱਚ ਨਹੀਂ ਹੈ, ਪਰਮਾਤਮਾ ਉਹਨਾਂ ਵਿੱਚ ਹੈ ਜਿਹੜੇ ਦੇ ਸੱਚੇ ਭਗਤ ਨੇ। ਕਿਉਂਕਿ ਇਹਨਾਂ ਵਿੱਚ ਹੰਕਾਰ ਹੈ, ਉਹਨਾਂ ਵਿੱਚ ਹੰਕਾਰ ਹੁੰਦਾ ਹੈ ਵੀ ਮੈਂ ਹੀ ਬ੍ਰਹਮ ਗਿਆਨੀ ਹਾਂ, ਮੈਂ ਕ੍ਰਿਸ਼ਨ, ਮੈਂ ਭਗਵਾਨ ਹਾਂ। ਜਿਨ੍ਹਾਂ ਨੂੰ ਮੇਰਾ ਦਰਸ਼ਨ ਦੁਰਲਭ ਹੈ, ਉਹਨਾਂ ਨੂੰ ਦਰਸ਼ਨ ਨਹੀਂ ਹੁੰਦਾ ਕਿਉਂਕਿ ਉਹਨਾਂ 'ਚ ਹੰਕਾਰ ਹੋ ਜਾਂਦਾ ਹੈ। ਉਹ ਕਹਿੰਦੇ ਵੀ ਮੈਂ ਪਰਮਾਤਮਾ। ਅਰਜਨ ਬੋਲਿਆ, ਹੈ ਭਗਵਾਨ, ਉਹ ਕਿਹੜਾ ਪਾਪ ਹੈ ਜਿਸ ਨਾਲ ਇਸਤਰੀ ਦੀ ਮੌਤ ਹੋ ਜਾਂਦੀ ਹੈ? ਉਹ ਕਿਹੜਾ ਪਾਪ ਹੈ ਕਿ ਜਿਸ ਨਾਲ ਪੁੱਤਰ ਮਰ ਜਾਂਦੇ ਹਨ? ਕਿਉਂਕਿ ਇਹ ਪਾਪ ਹੈ, ਪਿਓ ਦੇ ਹੁੰਦੇ ਪੁੱਤਰ ਮਰ ਜੇ, ਇਸਤਰੀ ਮਰ ਜੇ, ਇਹ ਪਾਪ ਹੁੰਦੇ ਨੇ। ਤੇ ਜਿਹੜੇ ਨਪੁਸ਼ਕ ਉਹ ਕਿਹੜੇ ਪਾਪ ਨਾਲ ਹੁੰਦੇ ਨੇ? ਜਿਹੜਾ ਨਪੁਸ਼ਕ ਹੋ ਜਾਂਦਾ ਉਹ ਕਿਹੜੇ ਪਾਪ ਨਾਲ ਹੁੰਦਾ? ਇਹ ਪਾਪ ਨਾਲ ਹੁੰਦਾ। ਸ਼੍ਰੀ ਭਗਵਾਨ ਬੋਲੇ, ਅਰਜਨ, ਜਿਹੜਾ ਕਿਸੇ ਕੋਲੋਂ ਕਰਜ਼ਾ ਲੈਂਦਾ ਹੈ ਤੇ ਦਿੰਦਾ ਨਹੀਂ, ਇਸ ਪਾਪ ਨਾਲ ਇਸਤਰੀ ਮਰ ਜਾਂਦੀ ਹੈ। ਤੇ ਜਿਹੜਾ ਕਿਸੇ ਨੂੰ ਦੀ ਰੱਖੀ ਹੋਈ ਅਮਾਨਤ ਨੂੰ ਪਚਾ ਲੈਂਦਾ ਹੈ, ਨਹੀਂ ਦਿੰਦਾ, ਵਾਪਸ ਨਹੀਂ ਕਰਦਾ, ਉਹਦੇ ਪੁੱਤਰ ਮਰ ਜਾਂਦਾ। ਤੇ ਜਿਹੜਾ ਕਿਸੇ ਨੂੰ ਕਿਸੇ ਦੇ ਗੋਚਰ ਕੰਮ ਆ ਕੇ ਪਵੇ ਤਾਂ ਉਹ ਜਵਾਨੀ ਕਹਿ ਕੇ ਹੀ ਕਿ ਤੁਹਾਡਾ ਕੰਮ ਹੋਰ ਸਾਰਿਆਂ ਦੇ ਪਹਿਲਾਂ ਕਰ ਦੂੰਗਾ, ਕੋਈ ਲਾਲਚ ਦੇ ਵਿੱਚ ਕੰਮ ਕਰ ਦੂੰਗਾ, ਉਹਨੂੰ ਲਾਲਚ ਹੁੰਦਾ, ਗੋਚਰ ਹੁੰਦਾ। ਜਦੋਂ ਸਮਾਂ ਆਵੇ ਉਸ ਦਾ ਕੰਮ ਨਾ ਕਰੇ, ਫਿਰ ਉਹ ਕੰਮ ਮੁੱਕਰ ਜੇ, ਅੱਖਾਂ ਫੇਰ ਲੈ, ਜਦੋਂ ਉਹਦਾ ਕੰਮ ਹੋ ਜਾਵੇ। ਇਹ ਪਾਪ ਨਾਲ ਨਪੁਸ਼ਕ ਹੋ ਜਾਂਦਾ ਹੈ, ਖੁਸ਼ਰਾ ਬਣ ਜਾਂਦਾ ਹੈ। ਇਹ ਵੱਡੇ ਪਾਪ ਹਨ, ਇਹ ਸਭ ਤੋਂ ਵੱਡੇ ਪਾਪ। ਅਰਜਨ ਬੋਲਿਆ, ਹੈ ਭਗਵਾਨ, ਜਿਹੜੇ ਪਾਪ ਨਾਲ ਮਨੁੱਖ ਹਮੇਸ਼ਾ ਰੋਗੀ ਰਹਿੰਦਾ ਹੈ, ਇਹ ਵੀ ਦੱਸੋ ਵੀ ਰੋਗੀ ਕਿਸ ਕਾਰਨ ਬਣਦਾ ਹੈ? ਤੇ ਜਿਹੜੇ ਪਾਪ ਨਾਲ ਗਧੇ ਦਾ ਜਨਮ ਲੈਂਦਾ ਹੈ, ਜੋ ਵੀ ਪਾਪੀ ਹੁੰਦਾ ਉਹ ਗਧੇ ਦਾ ਜਨਮ, ਕਿਉਂਕਿ ਗਧੇ ਨੇ ਸਾਰਾ ਪਾਪ ਢੋਣਾ, ਉਹ ਪਾਪੀ ਦੀ ਨਿਸ਼ਾਨੀ ਹੈ। ਤੇ ਜਿਹੜਾ ਇਸਤਰੀ ਦਾ ਜਨਮ ਲੈਂਦਾ ਹੈ ਉਹ ਟੱਟੂ ਦਾ ਜਨਮ ਹੁੰਦਾ ਹੈ। ਟੱਟੂ ਕਿਹਨੂੰ ਕਿਹਾ ਗਿਆ? ਖੋਤੇ ਨੂੰ ਕਿਹਾ, ਖੱਚਰ ਨੂੰ। ਅਤੇ ਬਿੱਲੀ ਦਾ ਜਨਮ ਕਿਹੜੇ ਪਾਪ ਨਾਲ ਹੁੰਦਾ ਹੈ? ਬਿੱਲੀ ਕਿਹੜੇ ਪਾਪ ਨਾਲ ਬਣਦੀ ਹੈ? ਸ਼੍ਰੀ ਭਗਵਾਨ ਬੋਲੇ, ਅਰਜਨ, ਜਿਹੜੇ ਵੀ ਮਨੁੱਖ ਕੰਨਿਆ ਦਾਨ ਕਰਦੇ ਹਨ ਅਤੇ ਇਸ ਦਾਨ ਨੂੰ ਮੁੱਲ ਲੈਂਦੇ ਹਨ, ਖਰੀਦਦੇ ਹਨ, ਅੱਜ ਕੱਲ੍ਹ ਜਿਵੇਂ ਚੱਲੀ ਜਾਂਦਾ, ਉਹ ਦੋਸ਼ੀ ਹੁੰਦੇ ਹਨ, ਉਹ ਬਿੱਲੀ ਵੀ ਬਣ ਜਾਂਦੇ ਹਨ, ਬਿੱਲੀ ਬਣ ਜਾਂਦੀ ਹੈ। ਉਹ ਮਨੁੱਖ ਹਮੇਸ਼ਾ ਰੋਗੀ ਰਹਿੰਦੇ ਹਨ। ਨਾਲੇ ਰੋਗ ਹੈ। ਜਿਹੜੇ ਵਿਸ਼ੇ ਵਿਕਾਰ ਦੇ ਵਿੱਚ ਵਾਸਤੇ ਸ਼ਰਾਬ ਪੀਂਦੇ ਹਨ, ਹਾਂ। ਮਾੜੇ ਕੰਮਾਂ ਦੇ ਵਿੱਚ ਸ਼ਰਾਬ ਪੀਂਦੇ ਹਨ, ਉਹ ਟੱਟੂ ਦਾ ਜਨਮ ਲੈਂਦੇ ਹਨ। ਅਤੇ ਜਿਹੜੇ ਝੂਠੀ ਗਵਾਹੀ ਕਿਸੇ ਵਾਸਤੇ ਦਿੰਦੇ ਨੇ, ਆਪਾਂ ਹਾਂ ਕਚਹਿਰੀ ਚ ਉਹ ਦੁਰਾਚਾਰਨੀ ਇਸਤਰੀ ਜਨਮ ਲੈਂਦੇ ਨੇ, ਉਹ ਮਾੜੀ ਇਸਤਰੀ ਦਾ ਜਨਮ ਲੈਂਦੀ ਹੈ। ਤੇ ਜਿਹੜੇ ਰਸੋਈ ਬਣਾ ਕੇ ਪਹਿਲਾਂ ਆਪ ਖਾ ਲੈਂਦੀ ਹੈ, ਉਹ ਹਾਂ, ਉਹ ਵੀ ਮਾੜਾ ਹੈ। ਤੇ ਬਾਅਦ ਵਿੱਚ ਪਰਮੇਸ਼ਰ ਦੇ ਅਰਥ ਦਾਨ ਕਰਦੇ, ਹਾਂ, ਵੀ ਆਪਾਂ ਪਹਿਲਾਂ ਆਪ ਦੇਖੀਏ ਵੀ ਕੀ ਹਾਂ, ਚ ਕੀ ਬਣਦਾ। ਸਵਾਦ ਖਾਈਏ, ਵੀ ਆਪਾਂ ਹਾਂ, ਕਈ ਢਿੱਡ ਭਰੀ ਜਾ ਨੂਨ ਮਿਰਚ ਦੇਖੀ ਝੂਠੀ ਕਰ ਦਈਏ, ਫਿਰ ਭਗਵਾਨ ਨੂੰ ਅਰਪਣ ਕਰ ਦਈਏ, ਹਾਂ। ਫਿਰ ਉਹ ਬਿੱਲੀ ਦਾ ਰੂਪ ਲੈ, ਬਿੱਲੀ ਦਾ ਰੂਪ ਹੁੰਦਾ। ਫਿਰ ਉਹ ਬਿੱਲੀ ਹੁੰਦੀ ਹੈ, ਕਿਉਂਕਿ ਮੈਂ ਤਾਂ- ਬਿੱਲੀ ਦੇਖਦੀ ਨਹੀਂ। ਹਾਂ, ਮੈਂ ਤੈਨੂੰ ਤੇ ਜਿਹੜੇ